कि ये ਜ਼ਰੂਰੀ नहीं है कि ਤੁਸੀਂ ਸੰਸਥਾਵਾਂ ਦੇ ਵਿੱਚ ਪੜ੍ਹਦੇ ਹੋ ਤੇ ਸਿਰਫ ਜੋ ਫਾਰਮਲ ਐਜੂਕੇਸ਼ਨ ਦੇਣ ਵਾਲੇ ਅਧਿਆਪਕ ਨੇ ਉਹੀ ਤੁਹਾਡੇ ਰਾਹ ਦਸੇਰੇ ਹੋ ਸਕਦੇ ਨੇ। ਤੁਹਾਡਾ ਦੋਸਤ ਵੀ ਹੋ ਸਕਦਾ, ਤੁਹਾਡਾ ਟੀਚਰ ਕਿਸੇ ਹਾਲਾਤਾਂ ਦੇ ਵਿੱਚ, ਤੁਹਾਡੇ ਘਰ ਦਾ ਕੋਈ ਮੈਂਬਰ ਵੀ ਹੋ ਸਕਦਾ ਕਿਸੇ ਹਾਲਾਤਾਂ ਦੇ ਵਿੱਚ, ਇੱਕ ਅੱਛੀ ਕਿਤਾਬ ਵੀ ਹੋ ਸਕਦੀ ਆ। ਈਵਨ ਮੈਂ ਤਾਂ ਇਹ ਵੀ ਕਹੂੰਗਾ ਕਿ ਕੰਧ 'ਤੇ ਲਿਖੀ ਹੋਈ ਇਬਾਰਤ ਵੀ ਕਿਸੇ ਟਾਈਮ 'ਤੇ ਤੁਹਾਨੂੰ ਕਿਸੇ ਸਿਚੁਏਸ਼ਨ ਦੇ ਵਿੱਚ, ਕਿਸੇ ਹਾਲਾਤ ਦੇ ਵਿੱਚ ਉਹ ਵੀ ਤੁਹਾਡਾ ਮਾਰਗਦਰਸ਼ਨ ਕਰ ਸਕਦੀ ਹੈ। ਦਰਸ਼ਕੋ, ਅੱਜ ਅਸੀਂ ਪਹੁੰਚੇ ਹਾਂ ਪ੍ਰੋਫੈਸਰ ਸੁਰਜੀਤ ਸਿੰਘ ਜੀ ਢਾਲੀਵਾਲ ਕੋਲ। ਅੱਜ ਦੀ ਸਾਡੀ ਗੱਲਬਾਤ ਦਾ ਵਿਸ਼ਾ ਹੈ ਟੀਚਰਸ ਡੇ, ਅਧਿਆਪਕ ਦਿਵਸ। ਪ੍ਰੋਫੈਸਰ ਸਾਹਿਬ ਦੇ ਕੋਲੇ ਇਸ ਖਿੱਤੇ ਦੇ ਵਿੱਚ ਕਾਫੀ ਲੰਬਾ ਤਜਰਬਾ, ਇਸ ਲਈ ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਪ੍ਰੋਫੈਸਰ ਸਾਹਿਬ ਜੀ ਬਾਰੇ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਮੌਜੂਦਾ ਸਮੇਂ ਦੇ ਵਿੱਚ ਏਡੀ ਕਾਲਜ ਧਰਮਕੋਟ ਦੇ ਵਿੱਚ ਬਤੌਰ ਹੈੱਡ ਆਫ ਡਿਪਾਰਟਮੈਂਟ ਪੰਜਾਬੀ ਸੇਵਾ ਨਿਭਾ ਰਹੇ ਨੇ ਅਤੇ ਪਿਛਲੇ ਲਗਭਗ 20 ਸਾਲ ਤੋਂ ਉੱਥੇ ਸੇਵਾ ਨਿਭਾ ਰਹੇ ਨੇ। ਅਤੇ ਇਹ ਕਾਲਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕਾਲਜ ਆ। ਇਹਨਾਂ ਦੀਆਂ ਹੁਣ ਤੱਕ ਤਕਰੀਬਨ 4 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਨੇ। ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ 'ਤੇ ਇਹਨਾਂ ਜਿਹੜੇ ਕਾਫੀ ਪੇਪਰ ਆ ਉਹ ਰੀਡ ਕਰ ਚੁੱਕੇ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰਾਈਮ ਟਾਕ ਅਫੀਸ਼ੀਅਲ 'ਤੇ। ਸ਼ੁਕਰੀਆ ਜੀ ਇਮਰਾਨ ਜੀ। ਸਰ, ਅਸੀਂ ਜਿਹੜੀ ਅੱਜ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ ਉਹ ਵਿਸ਼ਾ ਹੈ ਅਧਿਆਪਕ ਦਿਵਸ। ਜਿਸ ਤਰ੍ਹਾਂ ਅੱਜ ਅਧਿਆਪਕ ਦਿਵਸ ਆ, ਤਾਂ ਅਸਲ 'ਚ ਮੇਰਾ ਸਵਾਲ ਇਹ ਆ ਕਿ ਜਿਹੜਾ ਅਧਿਆਪਕ ਦਿਵਸ ਆ ਇਹਨੂੰ ਕਿਉਂ ਮਨਾਇਆ ਜਾਣਾ ਚਾਹੀਦਾ? ਕੀ ਅੱਜ ਇਹਦੀ ਵਾਕਈ ਲੋੜ ਹੈ ਕਿ ਇਹਨੂੰ ਸਾਡੇ ਦੇਸ਼ ਦੇ ਵਿੱਚ ਮਨਾਇਆ ਜਾਣਾ ਚਾਹੀਦਾ? ਇਸ ਤਰ੍ਹਾਂ ਹੈ ਇਮਰਾਨ ਜੀ ਕਿ ਜੋ ਅਧਿਆਪਕ ਹੈ ਜੀ, ਇਸ ਦਾ ਬੜਾ ਇੱਕ ਵੱਡਾ ਯੋਗਦਾਨ ਹੁੰਦਾ ਕਿਸੇ ਇਨਸਾਨ ਦੀ ਜ਼ਿੰਦਗੀ ਨੂੰ ਬਣਾਉਣ ਦੇ ਵਿੱਚ, ਉਹਨੂੰ ਦਿਸ਼ਾ ਦੇਣ ਦੇ ਵਿੱਚ, ਅਤੇ ਉਸ ਦਿਸ਼ਾ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਉਹਨਾਂ ਨੂੰ ਹੱਲ ਕਰਨ ਦੇ ਵਿੱਚ। ਤਾਂ ਇਹ ਇੱਕ ਬਹੁਤ ਅੱਛੀ ਟਰਡੀਸ਼ਨ, ਅੱਛੀ ਪਰੰਪਰਾ ਹੈ ਕਿ ਅਸੀਂ ਇੱਕ ਦਿਨ ਉਹਨਾਂ ਅਧਿਆਪਕਾਂ ਨੂੰ, ਕਿਉਂਕਿ ਟੀਚਰ, ਮੈਂ ਕਿ ਥੋੜ੍ਹਾ ਐਡ ਕਰਨਾ ਚਾਹੁੰਦਾ ਕਿ ਟੀਚਰ ਤੁਹਾਡੀ ਲਾਈਫ ਦੇ ਵਿੱਚ ਕੋਈ ਵੀ ਹੋ ਸਕਦਾ। ਕਿ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਸੰਸਥਾਵਾਂ ਦੇ ਵਿੱਚ ਪੜ੍ਹਦੇ ਹੋ ਅਤੇ ਸਿਰਫ ਜੋ ਫਾਰਮਲ ਐਜੂਕੇਸ਼ਨ ਦੇਣ ਵਾਲੇ ਅਧਿਆਪਕ ਨੇ ਉਹੀ ਤੁਹਾਡੇ ਰਾਹ ਦਸੇਰੇ ਹੋ ਸਕਦੇ ਨੇ। ਤੁਹਾਡਾ ਦੋਸਤ ਵੀ ਹੋ ਸਕਦਾ, ਤੁਹਾਡਾ ਟੀਚਰ ਕਿਸੇ ਹਾਲਾਤਾਂ ਦੇ ਵਿੱਚ, ਤੁਹਾਡੇ ਘਰ ਦਾ ਕੋਈ ਮੈਂਬਰ ਵੀ ਹੋ ਸਕਦਾ ਕਿਸੇ ਹਾਲਾਤਾਂ ਦੇ ਵਿੱਚ, ਇੱਕ ਅੱਛੀ ਕਿਤਾਬ ਵੀ ਹੋ ਸਕਦੀ ਆ। ਈਵਨ ਮੈਂ ਤਾਂ ਇਹ ਵੀ ਕਹੂੰਗਾ ਕਿ ਕੰਧ 'ਤੇ ਲਿਖੀ ਹੋਈ ਇਬਾਰਤ ਵੀ ਕਿਸੇ ਟਾਈਮ 'ਤੇ ਤੁਹਾਨੂੰ ਕਿਸੇ ਸਿਚੁਏਸ਼ਨ ਦੇ ਵਿੱਚ, ਕਿਸੇ ਹਾਲਾਤ ਦੇ ਵਿੱਚ ਉਹ ਵੀ ਤੁਹਾਡਾ ਮਾਰਗਦਰਸ਼ਨ ਕਰ ਸਕਦੀ ਹੈ। ਬਿਲਕੁਲ ਸਹੀ ਜੀ ਡਾਕਟਰ ਸਾਹਿਬ, ਜਦੋਂ ਆਪਾਂ ਗੱਲਬਾਤ ਕਰ ਰਹੇ ਸੀ ਤਾਂ ਤੁਸੀਂ ਜਿਹੜੇ ਭਾਰਤ ਦੇ ਪਿਛੋਕੜ ਬਾਰੇ, ਜਿਹੜੀ ਸਾਡੀ ਪਰੰਪਰਾ, ਉਹਦੇ ਬਾਰੇ ਇੱਕ ਬੜੀ ਪਿਆਰੀ ਗੱਲ ਮੇਰੇ ਨਾਲ ਸਾਂਝੀ ਕੀਤੀ ਸੀ। ਮੈਂ ਚਾਹੂੰਗਾ ਦਰਸ਼ਕਾਂ ਦੇ ਨਾਲ ਵੀ ਉਹ ਗੱਲ ਸਾਂਝੀ ਕੀਤੀ ਜਾਵੇ। ਮਹਾਭਾਰਤ ਦੇ ਨਾਲ ਤੁਸੀਂ ਰਿਲੇਟ ਕੀਤਾ ਸੀ ਉਹਨੂੰ। ਜੀ 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 ਉਹ ਇਸ ਤਰ੍ਹਾਂ ਸੀਗਾ ਇਮਰਾਨ ਜੀ ਕਿ ਅਸੀਂ ਜੋ ਹੈ ਅਧਿਆਪਕ ਦਿਵਸ ਮਨਾ ਰਹੇ ਹਾਂ 5 ਸਤੰਬਰ ਨੂੰ, ਅਤੇ ਆਲ ਓਵਰ ਵਰਲਡ ਦੇ ਵਿੱਚ ਕੁਛ ਥਾਵਾਂ 'ਤੇ ਇਹ 5 ਅਕਤੂਬਰ ਨੂੰ ਵੀ ਮਨਾਇਆ ਜਾਂਦਾ। ਅਤੇ 1962 ਤੋਂ ਇਸ ਦੀ ਸ਼ੁਰੂਆਤ ਹੁੰਦੀ ਆ। ਅਤੇ ਜਦੋਂ ਕਿ ਸਾਡੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਸਰੇ ਰਾਸ਼ਟਰਪਤੀ ਡਾਕਟਰ ਰਾਧਾ ਕ੍ਰਿਸ਼ਨ ਜੀ ਸਰਵਪੱਲੀ, ਉਹਨਾਂ ਦੇ ਜਨਮ ਦਿਨ ਦੇ ਤੌਰ 'ਤੇ ਇਹਨਾਂ ਨੂੰ ਇੱਕ ਅਧਿਆਪਕ ਦਿਵਸ ਵਜੋਂ ਉਹਨਾਂ ਦੇ ਜਨਮ ਦਿਨ ਨੂੰ ਮਨਾਇਆ ਜਾਂਦਾ। ਅਤੇ ਪਰ ਭਾਰਤ ਦੇ ਵਿੱਚ ਅਸੀਂ ਦੇਖੀਏ ਕਿ ਬਹੁਤ ਰਿਚ ਪਰੰਪਰਾ ਹੈ, ਬੜੀ ਅਮੀਰ ਸਾਡੀ ਪਰੰਪਰਾ ਹੈ ਆਪਣੇ ਗੁਰੂ ਨੂੰ ਸਤਿਕਾਰ ਦੇਣ ਦੀ, ਆਪਣੇ ਗੁਰੂ ਦੇ ਨਾਮ ਨੂੰ ਆਪਣੇ ਅੰਗ ਸੰਗ ਰੱਖਣ ਦੀ। ਤਾਂ ਜਦੋਂ ਮੈਂ ਟੀਚਰ ਡੇ ਬਾਰੇ ਸੋਚ ਰਿਹਾ ਸੀ ਤਾਂ ਮੇਰੇ ਮਨ 'ਚ ਉਸ ਪਰੰਪਰਾ ਦੇ ਕੁਛ ਚਿੰਨ੍ਹ, ਨਿਸ਼ਾਨੀਆਂ ਜਾਂ ਉਹ ਸੁਨਹਿਰੀ ਪਲ ਸਾਹਮਣੇ ਆ ਰਹੇ ਸੀਗੇ। ਤਾਂ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ, ਜੇ ਅਸੀਂ ਮਹਾਭਾਰਤ ਯੁੱਗ ਦੀ ਵੀ ਗੱਲ ਕਰੀਏ ਤਾਂ ਉਸ ਸਮੇਂ ਵੀ ਜਿਹੜੇ ਯੋਧਾ ਸੀ ਜਾਂ ਰਾਜਕੁਮਾਰ ਸੀ ਜਿਨ੍ਹਾਂ ਤੋਂ ਸਿੱਖਿਆ ਲੈਂਦੇ ਸੀ, ਤਾਂ ਆਪਣਾ ਤੁਆਰਫ, ਆਪਣੀ ਇੰਟਰੋਡਕਸ਼ਨ ਦੇ ਸਮੇਂ ਉਹਨਾਂ ਦੇ ਨਾਮ ਨੂੰ ਉਹ ਨਾਲ ਰੱਖਦੇ ਸੀ। ਜਿਵੇਂ ਮੰਨ ਲਓ ਕਿ ਜੇ ਅਰਜੁਨ ਕਿਤੇ ਗਏ ਨੇ ਤਾਂ ਉਹ ਆਪਣਾ ਤੁਆਰਫ ਕਰਾਉਂਦੇ ਕਿ ਮੈਂ ਕੁੰਤੀ ਪੁੱਤਰ ਦਰੋਨਾ ਸ਼ਿਸ਼ ਅਰਜੁਨ। ਤਾਂ ਮਾਂ ਦਾ ਨਾਮ ਅਤੇ ਗੁਰੂ ਦਾ ਨਾਮ ਉਹਨਾਂ ਦੇ ਨਾਮ ਨਾਲ ਚੱਲਦਾ ਸੀਗਾ। ਇਸੇ ਤਰ੍ਹਾਂ ਹੀ ਅਸੀਂ ਗੱਲ ਕਰਦੇ ਹਾਂ, ਜੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ, ਅਤੇ
ਉਹਨਾਂ ਦੀ ਬਾਣੀ 'ਚ ਵੀ ਅਸੀਂ ਦੇਖਦੇ ਹਾਂ ਕਿ ਕਿਸੇ ਵੀ ਗੁਰੂ ਨੇ ਨਾਨਕ ਸਾਹਿਬ ਤੋਂ ਬਿਨਾਂ ਆਪਣਾ ਨਾਮ ਐਡ ਨਹੀਂ ਕੀਤਾ। ਬਾਕੀ ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਨਾਨਕ ਸਾਹਿਬ ਦਾ ਨਾਮ ਹੀ ਆਪਣੀ ਬਾਣੀ 'ਚ ਸ਼ਾਮਲ ਕੀਤਾ, ਵੀ ਰਚਨਾ ਦੇ ਵਿੱਚ ਉਹਨਾਂ ਨੇ ਨਾਨਕ ਹੀ ਲਿਖਿਆ। ਤੇ ਇਸੇ ਤਰ੍ਹਾਂ ਹੀ ਅਸੀਂ ਦੇਖਦੇ ਹਾਂ ਕਿ ਡਾਕਟਰ BR ਭੀਮ ਰਾਓ ਜੀ, ਐਕਚੁਅਲੀ ਉਹਨਾਂ ਦਾ ਨਾਮ ਡਾਕਟਰ BR ਮਤਲਬ ਭੀਮ ਰਾਓ ਜੀ ਸੀ, ਤੇ ਅੰਬੇਦਕਰ ਜਿਹੜਾ ਨਾਮ ਉਹਨਾਂ ਦੇ ਨਾਮ ਨਾਲ ਲੱਗਦਾ, ਇਹ ਉਹਨਾਂ ਦੇ ਇੱਕ ਟੀਚਰ ਦਾ ਸਰਨੇਮ ਸੀਗਾ। ਜੀ ਬਹੁਤ ਵਧੀਆ ਤੁਸੀਂ ਖਾਸ ਗੱਲ ਦੱਸ ਰਹੇ ਹੋ ਜੀ। ਹਾਂਜੀ। BR ਅੰਬੇਦਕਰ ਜੀ ਕਾਫੀ ਸਾਰੇ ਜਿਹੜੇ ਮੰਨਣ ਵਾਲੇ ਲੋਕ, ਉਹਨੇ ਸੋਚ ਤੇ ਪਹਿਰਾ ਦੇਣ ਵਾਲੇ ਲੋਕ ਆ, ਸ਼ਾਇਦ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਜਿਹੜੀ ਗੱਲ ਤੁਸੀਂ ਦੱਸ ਰਹੇ ਹੋ। ਜੀ। ਜਦੋਂ ਡਾਕਟਰ ਭੀਮ ਰਾਓ ਜੀ ਆਪਣੀ ਫੋਰਨ ਤੋਂ ਐਜੂਕੇਸ਼ਨ ਲੈ ਕੇ ਆਉਂਦੇ ਨੇ ਤੇ ਆਪਣੇ ਅਧਿਆਪਕ ਨੂੰ ਮਿਲਦੇ ਨੇ ਜਿਨ੍ਹਾਂ ਨੇ ਕਾਫੀ ਸਹਾਇਤਾ ਕੀਤੀ ਸੀ ਉਹਨਾਂ ਦੀ ਉਸ ਪਲੇਟਫਾਰਮ ਤੱਕ ਪਹੁੰਚਣ ਵਿੱਚ, ਤਾਂ ਉਹਨਾਂ ਨੇ ਆ ਕੇ ਉਹਨਾਂ ਨੂੰ ਕਿਹਾ ਕਿ ਗੁਰੂਦੇਵ, ਅੱਜ ਮੈਂ ਤੁਹਾਨੂੰ ਇੱਕ ਐਸਾ ਗਿਫਟ ਦੇਣ ਲੱਗਾ ਜਿਸ ਨੂੰ ਜ਼ਿੰਦਗੀ ਭਰ ਨਾ ਤਾਂ ਤੁਸੀਂ ਭੁੱਲੋਗੇ ਤੇ ਨਾ ਹੀ ਮੈਂ ਭੁੱਲਾਂਗਾ, ਤੇ ਤੁਹਾਡਾ ਨਾਮ ਹਮੇਸ਼ਾ ਮੇਰੇ ਨਾਮ ਦੇ ਅੰਗ ਸੰਗ ਰਹੇਗਾ। ਤਾਂ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦਾ ਸਰਨੇਮ ਅੰਬੇਦਕਰ ਆਪਣੇ ਨਾਮ ਨਾਲ ਲਗਾ ਲਿਆ ਸੀ। ਬਹੁਤ ਨਵੀਂ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਸਾਡੇ ਨਾਲ। ਡਾਕਟਰ ਸਾਹਿਬ, ਅੱਜ ਜੇਕਰ ਆਪਾਂ ਦੇਖੀਏ ਤਾਂ ਜਿਹੜੀ ਸਿੱਖਿਆ ਉਹ ਬਿਲਕੁਲ ਕਮਰਸ਼ੀਅਲ ਹੋ ਗਈ ਹੈ। ਜ਼ਿਆਦਾਤਰ ਜਿਹੜੀ ਸਿੱਖਿਆ ਕਮਰਸ਼ੀਅਲ ਹੋ ਗਈ ਆ, ਉਹਦਾ ਜਿਹੜਾ ਵਪਾਰੀਕਰਨ ਹੋ ਚੁੱਕਿਆ। ਤਾਂ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਨੇ ਪੜ੍ਹੇ ਲਿਖੇ ਆ, ਉਹ ਪ੍ਰਾਈਵੇਟ ਸਕੂਲਾਂ ਜਾਂ ਕਾਲਜ ਦੇ ਵਿੱਚ ਟੀਚ ਕਰਦੇ ਆ। ਤਾਂ ਤੁਸੀਂ ਉਹਨਾਂ ਲੋਕਾਂ ਨਾਲ ਅਕਸਰ ਵਿਚਰਦੇ ਹੋ, ਤੁਹਾਨੂੰ ਮਿਲਦੇ ਆ, ਤੁਹਾਨੂੰ ਕੀ ਲੱਗਦਾ ਕਿ ਜਿਹੜਾ ਸਿੱਖਿਆ ਦਾ ਵਪਾਰੀਕਰਨ ਆ, ਇਹਦਾ ਸਾਡੇ ਜਿਹੜੀ ਪੁਰਾਣੀ ਕਲਚਰ ਪਰੰਪਰਾ ਰਹੀ ਆ, ਜਿਹੜਾ ਸਿੱਖਿਆ ਦੇ ਵਿੱਚ ਸਾਡਾ ਭਾਰਤ ਆ ਕਾਫੀ ਅੱਗੇ ਰਿਹਾ, ਕਿਉਂਕਿ ਬਹੁਤ ਪੁਰਾਣੇ ਸਮੇਂ ਤੋਂ ਜਿਹੜੇ ਲੋਕ ਆ ਪੜ੍ਹਦੇ ਲਿਖਦੇ ਰਹੇ ਆ, ਜਦੋਂ ਕਿ ਸਕੂਲ ਨਹੀਂ ਵੀ ਸੀ ਹੁੰਦੇ, ਉਦੋਂ ਤੋਂ ਐਜੂਕੇਸ਼ਨ ਚੱਲ ਰਹੀ ਆ। ਪਰ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਹ ਵਪਾਰੀਕਰਨ ਦੇ ਨਾਲ ਕੋਈ ਸਾਡੀ ਸਿੱਖਿਆ ਦੇ ਵਿੱਚ ਗਿਰਾਵਟ ਆਈ ਆ ਜਾਂ ਕੋਈ ਇਹਨੂੰ ਫਾਇਦਾ ਹੋਇਆ? ਕੀ ਤੁਹਾਡੇ ਨਿੱਜੀ ਵਿਚਾਰ ਤੁਹਾਡੇ ਕੀ ਨੇ? ਇਸ ਤਰ੍ਹਾਂ ਇਮਰਾਨ ਜੀ ਕਿ ਤੁਸੀਂ ਵਾਕਿਆ ਇਹ ਬੜੀ ਇਤਿਹਾਸਕ ਲੈਵਲ 'ਤੇ ਜਿਹੜੀ ਭਾਰਤ ਦੀ ਗਰਿਮਾ, ਭਾਰਤ ਦਾ ਲੈਵਲ ਰਿਹਾ, ਉਸ ਦੀ ਗੱਲ ਕੀਤੀ ਆ। ਤਾਂ ਇਹ 'ਚ ਕੋਈ ਸ਼ੱਕ ਨਹੀਂ ਕਿ ਭਾਰਤ ਦੀ ਜਿਹੜੀ ਇਮੇਜ ਹੈ ਉਹ ਆਲ ਓਵਰ ਵਰਲਡ ਦੇ ਵਿੱਚ ਧਰਮ ਗੁਰੂ ਦੀ ਹੈ। ਅਤੇ ਭਾਰਤ ਦੇ ਵਿੱਚ ਤੁਹਾਨੂੰ ਇਸ ਗੱਲ ਦੀ ਹੈਰਾਨੀ ਹੋਏਗੀ ਕਿ ਅੱਜ ਕੱਲ੍ਹ ਆਲ ਓਵਰ ਵਰਲਡ ਦੇ ਵਿੱਚ ਬੱਚੇ ਬਾਹਰ ਪੜ੍ਹਨ ਜਾਂਦੇ ਆ, ਉੱਥੇ ਦੀਆਂ ਯੂਨੀਵਰਸਿਟੀਆਂ 'ਚ ਰਹਿੰਦੇ ਆ, ਹੋਸਟਲਾਂ 'ਚ ਰਹਿੰਦੇ ਆ, ਪਰ ਸਾਰੇ ਸੰਸਾਰ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਡੇ ਬੋਰਡਿੰਗ ਯੂਨੀਵਰਸਿਟੀ ਸੀ ਉਹ ਭਾਰਤ ਦੇ ਵਿੱਚ ਤਕਸ਼ਲਾ ਯੂਨੀਵਰਸਿਟੀ ਸੀ। ਇੱਥੇ ਆਲ ਓਵਰ ਵਰਲਡ ਤੋਂ ਵਿਦਿਆਰਥੀ ਜਿਹੜੇ ਸੀਗੇ ਸਿੱਖਿਆ ਹਾਸਲ ਕਰਨ ਵਾਸਤੇ ਆਉਂਦੇ ਸੀਗੇ। ਗੁਰੂਕੁਲ ਪਰੰਪਰਾ ਸਾਡੀ ਬੜੀ ਪੁਰਾਣੀ ਪਰੰਪਰਾ ਰਹੀ ਹੈ, ਅਤੇ ਉਸ ਤੋਂ ਬਾਅਦ ਸਿੱਖਿਆ ਬਾਕੀ ਜਿਵੇਂ ਜੀਵਨ ਦੇ ਵਿੱਚ ਤਬਦੀਲੀਆਂ ਆਈਆਂ, ਉਸੇ ਤਰ੍ਹਾਂ ਸਿੱਖਿਆ ਦੇ ਮਾਧਿਅਮਾਂ ਦੇ ਵਿੱਚ ਵੀ ਤਬਦੀਲੀਆਂ ਆਈਆਂ, ਅਤੇ ਹੁਣ ਵੀ ਵਿਦਿਆਰਥੀ ਜਿਹੜੇ ਹੈਗੇ ਆ ਬੁਲੰਦੀਆਂ ਛੂਹ ਰਹੇ ਨੇ ਅਲੱਗ-ਅਲੱਗ ਫੀਲਡਾਂ ਦੇ ਵਿੱਚ, ਟੈਕਨੋਲੋਜੀ, ਕੰਪਿਊਟਰ, ਇਸ ਫੀਲਡ ਦੇ ਵਿੱਚ ਖਾਸ ਕਰਕੇ ਜਾ ਰਹੇ ਨੇ ਵਿਦਿਆਰਥੀ ਬਹੁਤ। ਅਤੇ ਪਰ ਇਹ ਹੈਗਾ ਕਿ ਜਿਹੜਾ ਸਿੱਖਿਆ ਦਾ ਵਪਾਰੀਕਰਨ ਦੀ ਆਪਾਂ ਗੱਲ ਕਰਦੇ ਹਾਂ, ਤਾਂ ਆਜ਼ਾਦੀ ਤੋਂ ਬਾਅਦ ਜਦੋਂ ਲੋਕ ਸਿੱਖਿਆ ਦੇ ਫੀਲਡ ਦੇ ਵਿੱਚ ਆਏ ਸੀ, ਜਾਂ ਜਿਨ੍ਹਾਂ ਲੋਕਾਂ ਨੇ ਜ਼ਮੀਨਾਂ, ਜਾਇਦਾਦਾਂ, ਸੰਸਥਾਵਾਂ ਬਣਾਉਣ ਵਾਸਤੇ ਦਿੱਤੀਆਂ ਸੀ, ਤਾਂ ਉਹਨਾਂ ਦੀ ਇੱਛਾ ਹੁੰਦੀ ਸੀ ਕਿ ਸਾਡਾ ਏਰੀਆ ਕਿਸੇ ਪੱਖੋਂ ਪਿੱਛੇ ਨਾ ਰਹਿ ਜੇ। ਅਤੇ ਉਸ ਤੋਂ ਬਾਅਦ ਹੌਲੀ ਹੌਲੀ ਵਪਾਰੀਕਰਨ ਸਾਰੇ ਫੀਲਡਾਂ 'ਚ ਹੀ ਆਉਣ ਲੱਗ ਪਿਆ, ਤਾਂ ਇਹ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਆਇਆ। ਇਹਦਾ ਨੁਕਸਾਨ ਇਹ ਹੈਗਾ ਕਿ ਜਿਹੜੇ ਲੋੜਵੰਦ ਜਾਂ ਮਿਹਨਤੀ ਜਾਂ ਹੋਣਹਾਰ ਵਿਦਿਆਰਥੀ ਹੁੰਦੇ ਆ, ਕਈ ਵਾਰ ਮਹਿੰਗੀਆਂ ਫੀਸਾਂ ਹੋਣ ਕਰਕੇ, ਜਾਂ ਟਰਾਂਸਪੋਰਟਿੰਗ ਦਾ ਖਰਚਾ ਨਾ ਉਠਾ ਸਕਣ ਕਰਕੇ, ਜਾਂ ਉਹਨਾਂ ਕਾਲਜਾਂ ਦੇ ਜਾਂ ਸੰਸਥਾਵਾਂ ਦੇ ਹਿਡਨ ਕਈ ਚਾਰਜਿਸ ਹੁੰਦੇ ਨੇ, ਉਹ ਨਾ ਦੇਣ ਕਰਕੇ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਆ। ਇਹ ਜ਼ਰੂਰ ਇਸ ਗੱਲ ਦਾ ਨਕਾਰਾਤਮਕ ਪਹਿਲੂ ਹੈਗਾ। ਹਾਂਜੀ, ਕਿਉਂਕਿ ਜੇਕਰ ਅਸੀਂ ਦੇਖੀਏ ਜਿਹੜੇ ਹੁਣ ਸਾਡੇ ਵਿਦਿਆਰਥੀ ਆ ਪੰਜਾਬ ਦੇ, ਜੇਕਰ ਅਸੀਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਜੀ, ਤਾਂ +2 ਤੋਂ ਬਾਅਦ ਜਿਹੜੇ ਬੱਚੇ ਆ ਆਇਲਸ ਦੀ ਜਿਹੜੀ ਦੌੜ ਦੇ ਵਿੱਚ ਨੇ ਉਹ ਜੀ, ਤੇ ਤੁਸੀਂ ਵੀ ਇੱਕ ਕਾਲਜ ਦੇ ਵਿੱਚ ਹੀ ਕਾਫੀ ਲੰਬੇ ਸਮੇਂ ਤੋਂ ਸਰਵਿਸ ਕਰਦੇ ਹੋ ਜੀ, ਤਾਂ ਕਾਲਜਾਂ ਦੇ ਵਿੱਚ ਜਿਹੜੀ ਵਿਦਿਆਰਥੀਆਂ ਦੀ ਗਿਣਤੀ ਹੈ ਦਿਨੋਂ ਦਿਨ ਉਹ ਘਟ ਰਹੀ ਹੈ ਜੀ। ਬਹੁਤ ਸਾਰੇ ਕਾਲਜ ਜਿਹੜੇ ਲਗਭਗ ਖਤਮ ਹੋਣ ਦੀ ਕਗਾਰ ਤੇ ਵੀ ਆ ਚੁੱਕੇ ਨੇ ਜੀ। ਤਾਂ ਬੀਇੰਗ ਐਨ ਐਜੂਕੇਟਰ ਜਾਂ ਬੀਇੰਗ ਅ ਟੀਚਰ, ਤੁਹਾਡੇ ਕੋਲੇ ਕੋਈ ਇਸ ਤਰ੍ਹਾਂ ਦਾ ਸੁਝਾਅ ਬੱਚਿਆਂ ਦੇ ਲਈ ਜਾਂ ਮਾਪਿਆਂ ਦੇ ਲਈ ਕਿ ਉਹ ਇੱਥੇ ਰਹਿੰਦੇ ਹੋਏ ਉਹਨਾਂ ਨੂੰ ਕੀ ਇਸ ਤਰ੍ਹਾਂ ਦਾ ਕਰਨਾ ਚਾਹੀਦਾ, ਜਾਂ ਜਿਹੜੇ ਅਜੋਕੇ ਕਾਲਜ ਜਾਂ ਕੋਈ ਸੰਸਥਾਵਾਂ ਜਿਹੜੀਆਂ ਉਹਨਾਂ ਲਈ ਕੁਛ ਪਹਿਲ ਕਦਮੀ ਕਰ ਰਹੀਆਂ ਹੋਣ? ਜੀ, ਇਸ ਤਰ੍ਹਾਂ ਜੀ ਕਿ ਇਹ ਇੱਕ ਇੰਟਰਨੈਸ਼ਨਲ ਵਪਾਰ ਬਣ ਚੁੱਕਾ ਇਸ ਵੇਲੇ ਸਿੱਖਿਆ,
ਤੇ ਉਹਦੇ 'ਚ ਤੁਸੀਂ ਦੇਖੋ ਕਿਸੇ ਟਾਈਮ 'ਤੇ ਸਾਡੇ ਲੋਕ, ਖਾਸ ਕਰਕੇ ਮੈਂ ਪੰਜਾਬ ਸੂਬੇ ਦੇ ਆਪਾਂ ਰਹਿਣ ਵਾਲੇ ਹਾਂ, ਤਾਂ ਪੰਜਾਬ ਨੂੰ ਮੈਂ ਬਿਹਤਰ ਢੰਗ ਨਾਲ ਸਮਝਦਾ ਹੋਇਆ ਇਸ ਸੂਬੇ ਦੀ ਗੱਲ ਕਰਨੀ ਚਾਹਾਂਗਾ ਕਿ ਕੋਈ ਸਮਾਂ ਸੀ ਕਿ ਲੋਕ ਪੰਜਾਬ ਦੇ ਬਾਹਰ ਜਾਣ ਵਾਸਤੇ ਬਹੁਤ ਤਰਲੋ ਮੱਛੀ ਹੁੰਦੇ ਸੀ। ਹਾਂਜੀ, ਕਿਸੇ ਪਿੰਡ 'ਚੋਂ ਇੱਕ ਅੱਧਾ ਜਾਂ 2-4 ਜਾਣੇ ਕੋਈ ਬਾਹਰ ਗਏ ਹੁੰਦੇ ਸੀ। ਬਿਲਕੁਲ ਜੀ। ਤੇ ਹੁਣ ਦੇਖੋ ਵੀ ਕੀ ਹੋ ਗਿਆ ਕਿ ਸਾਰੇ ਮੁਲਕਾਂ ਨੇ ਆਪਣੇ ਦਰਵਾਜ਼ੇ ਖੋਲ੍ਹਤੇ ਆ। ਇਹ ਐਕਚੁਅਲੀ ਕੀ ਹੈਗਾ ਕਿ ਐਜੂਕੇਸ਼ਨ ਤਾਂ ਦੂਸਰੇ ਨੰਬਰ 'ਤੇ ਆ ਕਿ ਉਹਨਾਂ ਮੁਲਕਾਂ ਨੂੰ ਵੀ ਪਤਾ ਕਿ ਉਹਨਾਂ ਨੇ ਆਪਣੇ ਡਾਲਰ ਦੀ ਪਾਵਰ ਵਧਾਉਣ ਵਾਸਤੇ ਸਿੱਖਿਆ ਦੇ ਦਰਵਾਜ਼ੇ ਖੋਲ੍ਹੇ ਆ। ਤੁਸੀਂ ਦੇਖੋ, ਜੇਕਰ ਇੱਕ ਲਿਮਟਿਡ ਆਪਾਂ ਗੱਲ ਕਰੀਏ ਕਿ ਇੱਕ ਦਾਇਰੇ ਦੇ ਵਿੱਚ ਖਾਸ ਉਨੀ ਕੀ ਆਬਾਦੀ ਡਾਲਰ ਨੂੰ ਵਰਤੇ ਤਾਂ ਡਾਲਰ ਦੀ ਵੈਲਿਊ ਕਿੰਨੀ ਰਹਿ ਜੂਗੀ। ਤੇ ਜੇ ਆਲ ਓਵਰ ਵਰਲਡ ਦੇ ਵਿੱਚ ਉਹ ਫੈਲ ਰਿਹਾ ਤਾਂ ਸਿੱਖਿਆ ਤਾਂ ਇੱਕ ਸਾਧਨ ਆ ਆਪਣੇ ਵਪਾਰ ਨੂੰ ਵਧਾਉਣ ਦਾ। ਤੇ ਦੂਸਰੀ ਗੱਲ ਇਹ ਹੈਗੀ ਆ ਕਿ ਮੇਰੇ ਦੋਸਤ ਜਾਂ ਕੁਛ ਸਨੇਹੀ ਇਸ ਗੱਲ ਦਾ ਗੁੱਸਾ ਤਾਂ ਨਾ ਕਰਨ, ਪਰ ਇਹ ਰਿਐਲਿਟੀ ਆ ਕਿ ਮੈਨੂੰ ਬਹੁਤ ਸਾਰੇ ਸਟੂਡੈਂਟ ਮਿਲਦੇ ਨੇ ਬਾਹਰ ਗਿਆ ਨੂੰ, ਉਹਨਾਂ ਨੂੰ 8-10 ਸਾਲ ਹੋ ਚੁੱਕੇ ਹੁੰਦੇ ਨੇ, ਤੇ ਮੈਂ ਪੁੱਛਦਾ ਕੀ ਹਾਲ ਆ ਉੱਥੇ, ਲਾਈਫ ਕਿਸ ਤਰ੍ਹਾਂ, ਤਾਂ ਉਹ ਕਹਿਣਗੇ ਜੀ ਮੈਂ ਹੁਣ ਉੱਥੇ ਜਾ ਕੇ ਘਰ ਲੈ ਲਿਆ ਤੇ ਗੱਡੀ ਵੀ ਲੈ ਲਈ। ਤਾਂ ਮੈਂ ਇੱਕ ਵਿਦਿਆਰਥੀ ਨੂੰ ਜਸਟ ਹਾਸੇ ਨਾਲ, ਮੇਰਾ ਦੋਸਤ ਵੀ ਸੀ, ਉਹ ਪੁਰਾਣਾ ਵਿਦਿਆਰਥੀ ਵੀ ਸੀ, ਮੈਂ ਕਿਹਾ ਜਿਹੜੀ ਚੀਜ਼ ਤੂੰ ਕਹਿੰਦਾ ਮੈਂ ਉੱਥੇ ਜਾ ਕੇ ਲਈ ਹੈ ਤਾਂ ਸਾਡੇ ਕੋਲ ਪਿਛਲੇ 3 ਪੀੜ੍ਹੀਆਂ ਤੋਂ ਹੈਗੀ ਆ ਵੀ ਘਰ ਸਾਡੇ ਦਾਦੇ ਪੜਦਾਦੇ ਹੁਣਿਆਂ ਦੇ ਟਾਈਮ 'ਤੇ ਵੀ ਸੀਗਾ, ਤੇ ਤੁਸੀਂ ਉੱਧਰ ਜਾ ਕੇ ਏਡੀ ਕਿੱਡੀ ਕੀ ਹਾਸਲ ਕੀਤਾ। ਮੈਨੂੰ ਤਾਂ ਕੋਈ ਏਡੀ ਖਾਸ ਉਹ ਲੱਗਿਆ ਨਹੀਂ ਗਾ ਕਿ ਤੁਸੀਂ ਆਪਣਾ ਇੱਕ ਕਲਚਰ, ਹਾਂ ਠੀਕ ਆ ਕਿ ਬਾਹਰ ਜਾਣਾ ਕੋਈ ਬੁਰੀ ਗੱਲ ਵੀ ਨਹੀਂ ਹੈ, ਜਿੱਥੇ ਵੀ ਸਿੱਖਿਆ ਮਿਲਦੀ ਹੈ ਸਾਨੂੰ ਲੈਣੀ ਚਾਹੀਦੀ ਆ, ਆਪਣੇ ਆਪ ਨੂੰ ਅੱਗੇ ਵਧਾਉਣਾ ਚਾਹੀਦਾ, ਤੇ ਪਰ ਆਪਣੀਆਂ ਪਰੰਪਰਾਵਾਂ ਨੂੰ, ਆਪਣੇ ਸੰਸਕਾਰਾਂ ਨੂੰ, ਆਪਣੀ ਧਰਤੀ ਨੂੰ ਵੀ ਨਾਲ ਰੱਖਣਾ ਚਾਹੀਦਾ, ਉਹਦੇ ਨਾਲ ਵੀ ਜੁੜਨਾ ਚਾਹੀਦਾ। ਜਿਵੇਂ ਅਸੀਂ ਅੱਜ ਗੱਲ ਕਰਦੇ ਹਾਂ ਕਿ ਡਾਕਟਰ ਰਾਧਾ ਕ੍ਰਿਸ਼ਨ ਸਰਵਪੱਲੀ ਦੇ ਨਾਮ 'ਤੇ ਜਾਂ ਉਹਨਾਂ ਦੇ ਜਨਮ ਦਿਨ 'ਤੇ ਮਨਾਇਆ ਜਾਂਦਾ ਟੀਚਰ ਡੇ, ਤਾਂ ਐਕਚੁਅਲੀ ਉਹਨਾਂ ਦਾ ਨਾਮ ਰਾਧਾ ਕ੍ਰਿਸ਼ਨ ਸੀਗਾ ਜੀ, ਸਰਵਪੱਲੀ ਉਹਨਾਂ ਦੇ ਪਿੰਡ ਦਾ ਨਾਮ ਆ। ਤੇ ਭਾਵੇਂ ਉਹ ਉਪ ਰਾਸ਼ਟਰਪਤੀ ਬਣੇ, ਰਾਸ਼ਟਰਪਤੀ ਬਣੇ, ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਯੂਨੈਸਕੋ ਦੇ ਵਿੱਚ, USSR ਦੇ ਰਾਜਦੂਤ ਵੀ ਉਹ ਰਹੇ, ਤੇ ਪਰ ਉਹਨਾਂ ਨੇ ਆਪਣੇ ਨਗਰ ਦਾ ਨਾਮ, ਪਿੰਡ ਦਾ ਨਾਮ ਆਪਣੇ ਨਾਮ ਨਾਲ ਹਮੇਸ਼ਾ ਰੱਖਿਆ। ਤਾਂ ਇਸ ਕਰਕੇ ਅਸੀਂ ਜਿੱਥੇ ਵੀ ਪਹੁੰਚੀਏ ਸਾਨੂੰ ਆਪਣੇ ਕਲਚਰ, ਆਪਣੀਆਂ ਸੰਸਥਾਵਾਂ, ਆਪਣੇ ਸੰਸਕਾਰਾਂ ਨੂੰ ਯਾਦ ਰੱਖਣਾ ਚਾਹੀਦਾ, ਤੇ ਉਹਨਾਂ ਨੂੰ ਨਾਲ ਹੀ, ਉਹਨਾਂ ਦੇ ਨਾਲ ਹੀ ਸਾਡੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਬਿਹਤਰ ਤੇ ਗਹਿਰੀ ਬਣਦੀ ਆ। ਸਰ, ਆਪਾਂ ਅੱਜ ਅਧਿਆਪਕ ਦਿਵਸ 'ਤੇ ਹਾਂ, ਤਾਂ ਇੱਕ ਅਧਿਆਪਕ ਦੇ ਤੌਰ 'ਤੇ ਹੀ ਗੱਲ ਕਰਦੇ ਹਾਂ। ਮੈਂ ਵੀ ਇੱਕ ਅਧਿਆਪਕ ਹਾਂ, ਅਤੇ ਜੇਕਰ ਅਸੀਂ ਦੇਖੀਏ ਜਿਹੜੇ ਅੱਜ ਕੱਲ੍ਹ ਦੇ ਬੱਚੇ ਆ, ਉਹਨਾਂ ਦੇ ਵਿੱਚ ਜਿਹੜੇ ਸੰਸਕਾਰਾਂ ਦੀ ਬਹੁਤ ਕਮੀ ਆ ਰਹੀ ਹੈ ਜੀ। ਬਹੁਤ ਸਾਰੇ ਜਿਹੜੇ ਅਧਿਆਪਕ ਆ, ਜਦੋਂ ਮਾਪਿਆਂ ਨੂੰ ਮਿਲਦੇ ਆ ਟੀਚਰ ਪੇਰੈਂਟਸ ਮੀਟਿੰਗ ਦੇ ਦੌਰਾਨ, ਤਾਂ ਉਹਨਾਂ ਦੀ ਇੱਕ ਸ਼ਿਕਾਇਤ ਆਮ ਹੀ ਦੇਖਣ ਨੂੰ ਮਿਲਦੀ ਹੈ ਕਿ ਜੀ ਬੱਚਾ ਜਿਹੜਾ ਉਹਦੀ ਬੋਲ ਚਾਲ ਆ ਉਹ ਮਾੜੀ ਹੋ ਰਹੀ ਆ, ਜਾਂ ਕਹਿ ਲਓ ਕਿ ਉਹ ਜਿਹੜੇ ਗੈਜਟਸ ਨੇ ਉਹਨਾਂ 'ਤੇ ਜ਼ਿਆਦਾ ਫੋਕਸ ਕਰਦਾ, ਕੇਂਦਰਿਤ ਕਰਦਾ, ਪਰਿਵਾਰ ਨਾਲੋਂ ਸਮਾਂ ਉਹਨਾਂ ਜਿਹੜਾ ਨਹੀਂ ਬਿਤਾਉਂਦੇ। ਤੇ ਇਹਦੇ 'ਤੇ ਤੁਹਾਡੇ ਕੀ ਵਿਚਾਰ ਨੇ? ਇਹਦਾ ਕਾਰਨ ਤਾਂ ਬਹੁਤ ਸਾਰੇ ਨੇ ਇਮਰਾਨ ਜੀ, ਪਰ ਜਿੰਨਾ ਕਿ ਮੈਂ ਇਸ ਨੂੰ ਮਨੁੱਖਤਾ ਦੇ ਇਤਿਹਾਸ ਜਾਂ ਭਾਰਤੀ ਜਾਂ ਪੰਜਾਬੀ ਇਤਿਹਾਸ ਦੇ ਤੌਰ 'ਤੇ ਵੇਖਾਂ, ਤਾਂ ਮੈਨੂੰ ਇੱਕ ਵੱਡਾ ਕਾਰਨ ਇਹ ਵੀ ਲੱਗਦਾ ਹੁੰਦਾ ਕਿ ਵਿਦਿਆਰਥੀਆਂ ਦੇ ਕੋਲੋਂ ਆਦਰਸ਼ ਗੁੰਮ ਗਿਆ। ਉਹ ਆਈਡੀਅਲ ਕਿਹਨੂੰ ਮੰਨਣ, ਮਾਡਲ ਕਿਸ ਨੂੰ ਮੰਨਣ, ਤੇ ਇੱਕ ਆਪਾਤਾਪੀ ਦੇ ਵਿੱਚ ਜਿਹੜਾ ਹੈਗਾ ਸਿਰਫ ਅੱਜ ਕੱਲ੍ਹ ਸਮਾਜ ਦੇ ਵਿੱਚ ਇੱਕ ਮੈਂ ਦੇਖ ਰਿਹਾ ਟਰੈਂਡ, ਪਤਾ ਨਹੀਂ ਕਿੱਥੋਂ ਆਇਆ, ਕਿ ਸਿਰਫ ਜਿਹਦੇ ਕੋਲੇ ਪੈਸਾ ਜ਼ਿਆਦਾ ਆ ਉਸੇ ਨੂੰ ਹੀ ਅਮੀਰ ਮੰਨ ਲਿਆ ਜਾਂਦਾ, ਉਸੇ ਨੂੰ ਹੀ ਸਿਆਣਾ ਮੰਨ ਲਿਆ ਜਾਂਦਾ, ਉਹੀ ਸਾਰੀਆਂ ਸੰਸਥਾਵਾਂ 'ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰਦਾ। ਤੇ ਪਰ ਜਦੋਂ ਕਿ ਅਮੀਰੀ ਜਿਹੜੀ ਹੈਗੀ ਆ ਸਿਰਫ ਪੈਸੇ ਦੀ ਨਹੀਂ ਹੁੰਦੀ, ਗਰੀਬੀ ਵੀ ਸਿਰਫ ਪੈਸੇ ਦੀ ਨਹੀਂ ਹੁੰਦੀ, ਬੌਧਿਕ ਤੌਰ 'ਤੇ ਵੀ ਗਰੀਬੀ ਹੋ ਸਕਦੀ ਆ, ਮਾਨਸਿਕ ਤੌਰ 'ਤੇ ਵੀ ਗਰੀਬੀ ਹੋ ਸਕਦੀ ਆ, ਤੁਹਾਡੇ ਵਿੱਚ ਦਇਆ ਦੀ ਗਰੀਬੀ ਹੋ ਸਕਦੀ ਆ, ਤੁਹਾਡੇ ਵਿੱਚ ਸਹਿਜ ਦੀ ਗਰੀਬੀ ਹੋ ਸਕਦੀ ਆ, ਤੁਹਾਡੇ ਵਿੱਚ ਦਾਨ ਦੀ ਗਰੀਬੀ ਹੋ ਸਕਦੀ ਆ। ਤਾਂ ਇਹ ਚੀਜ਼ਾਂ ਹੁੰਦੀਆਂ ਨੇ, ਗਰੀਬੀ ਬਹੁਤ ਤਰ੍ਹਾਂ ਦੀ ਆ। ਤੇ ਪਰ ਕਿਉਂਕਿ ਹੁਣ ਇੱਕ ਇੱਦਾਂ ਸੈੱਟ ਹੋ ਗਿਆ ਟਰੈਂਡ ਕਿ ਹਰ ਇੱਕ ਚੀਜ਼ ਪੈਸਾ ਹੀ ਆ, ਤਾਂ ਹੁਣ ਵਿਦਿਆਰਥੀਆਂ ਨੂੰ ਵੀ ਫਿਰ ਇਹ ਲੱਗਣ ਲੱਗ ਪਿਆ। ਤਾਂ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਹੈਗਾ ਕਿ ਚਲੋ ਠੀਕ ਆ, ਰਾਜਨੀਤੀ ਵਿੱਚ ਲੋਕ ਕੁਛ ਆਉਂਦੇ ਨੇ ਸਮਾਜ ਦੀ ਸੇਵਾ ਕਰਨ ਵਾਸਤੇ, ਸਮਾਜ ਦੀ ਕੋਈ ਦਿਸ਼ਾ ਦਸ਼ਾ ਬਦਲਣ ਵਾਸਤੇ, ਪਰ ਕੁਛ ਲੋਕ ਮੈਂ ਦੇਖ ਰਿਹਾ, ਤੁਸੀਂ ਇਹਦੇ ਪ੍ਰੂਫ ਵੀ ਤੁਹਾਨੂੰ ਭਾਰਤ ਦੀ ਧਰਤੀ ਤੋਂ ਮਿਲ ਜਾਣਗੇ, ਕੁਛ ਲੋਕ ਜਦੋਂ ਸੱਤਾ 'ਤੇ ਕਾਬਜ਼ ਹੋ ਜਾਂਦੇ ਹਨ ਤਾਂ ਉਹ ਸੰਸਥਾਵਾਂ 'ਤੇ, ਲੋਕਾਂ ਦੇ
ਜਿਹੜੇ ਹੈਗੇ ਨੇ ਸੱਭਿਆਚਾਰਕ ਟੈਬੂ ਜਾਂ ਸੱਭਿਆਚਾਰਕ ਟ੍ਰੈਡੀਸ਼ਨਸ ਨੇ ਜੀ, ਉਹਨਾਂ ਜੀ। ਤੇ ਵੀ ਕਾਬੂ ਜਾਂ ਪਾਉਣ ਦੀ ਕੋਸ਼ਿਸ਼ ਕਰਦੇ ਆ ਉਹ। ਹਾਂਜੀ ਹਾਂਜੀ ਤੁਸੀਂ ਦੇਖੋ, ਮੰਨ ਲਓ ਇੱਕ ਇਨਸਾਨ, ਮੰਨ ਲਓ ਵੱਡੀ ਤੋਂ ਵੱਡੀ ਪੋਸਟ ਆ, ਪ੍ਰਾਈਮ ਮਿਨਿਸਟਰ ਬਣ ਗਿਆ, ਆਜ਼ਾਦੀ ਸਾਰੇ ਲੋਕਾਂ ਨੇ ਲਈ, ਕੁਝ ਲੋਕਾਂ ਨੇ ਉਹਦੇ ਵਿੱਚ ਜੇਲ੍ਹਾਂ ਦੇ ਕੇ ਯੋਗਦਾਨ ਪਾਇਆ, ਕੁਝ ਲੋਕਾਂ ਨੇ ਜਲਾਵਤਨੀਆਂ ਕੱਟਣੀਆਂ, ਜੀ ਕੁਝ ਲੋਕਾਂ ਨੇ ਫਾਂਸੀਆਂ ਵੀ ਮਤਲਬ ਮਿਲੀਆਂ ਲੋਕਾਂ ਨੂੰ ਹਾਂਜੀ ਇਸ ਆਜ਼ਾਦੀ ਦੇ ਸੰਘਰਸ਼ ਕਰਕੇ। ਜੀ ਤੇ ਹੁਣ ਹੋਇਆ ਕੀ ਕਿ ਜਦੋਂ ਉਸ ਤੋਂ ਬਾਅਦ ਲੋਕੀ ਕੁਝ ਸੱਤਾ ਤੇ ਆ ਗਏ ਤਾਂ ਬੜੀ ਹੈਰਾਨੀ ਹੁੰਦੀ ਹੈ ਮੈਨੂੰ ਕਿ ਤੁਸੀਂ ਦੇਖੋ ਸੰਸਥਾਵਾਂ ਦੇ ਨਾਮ ਵੀ ਉਹਨਾਂ ਨੇ ਆਪਣੇ ਨਾਮ ਤੇ ਰੱਖਣੇ ਸ਼ੁਰੂ ਕਰਤੇ, ਬਿਲਕੁਲ ਸਹੀ ਵੱਡੇ ਵੱਡੇ ਏਅਰਪੋਰਟਾਂ ਦੇ ਨਾਮ ਵੀ ਆਪਣੇ ਨਾਮਾਂ ਤੇ ਰੱਖਣੇ ਸ਼ੁਰੂ ਕਰਤੇ। ਤਾਂ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਦੀਆਂ ਕੁਰਬਾਨੀਆਂ ਸੀਗੀਆਂ ਉਹਨਾਂ ਨੂੰ ਹਾਸ਼ੀਏ ਤੇ ਭੇਜਤਾ। ਬਿਲਕੁਲ ਤੇ ਹੁਣ ਫਿਰ ਲੋਕੀ ਸੋਚਦੇ ਆ ਵੀ ਯਾਰ ਪਤਾ ਨਹੀਂ ਸੱਤਾ ਹੀ ਸਾਰੀ ਚੀਜ਼ ਆ। ਜੇ ਅਸੀਂ ਉਹਨਾਂ ਲੋਕਾਂ ਦੀ ਕਦਰ ਪਾਈਏ ਜਾਂ ਉਹਨਾਂ ਲੋਕਾਂ ਦੀ ਕਦਰ ਪਾਈ ਹੁੰਦੀ ਤਾਂ ਬੱਚਿਆਂ ਦੇ ਅੰਦਰ ਵੀ ਇੱਕ ਮਾਡਲ ਸੈੱਟ ਹੋਣਾ ਸੀ ਵੀ ਅਸੀਂ ਇਸ ਤਰ੍ਹਾਂ ਦੇ ਬਣੀਏ। ਹੁਣ ਸਾਡੇ ਕੋਲੇ ਦੇਖੋ ਬੜਾ ਵੱਡਾ ਨਾਮ ਆ ਭਗਤ ਪੂਰਨ ਸਿੰਘ ਪਿੰਗਲਵਾੜਾ ਵਾਲੇ, ਜੀ ਤੇ ਮੈਂ ਨੇੜੇ ਤੇੜੇ ਕਦੇ ਕਿਸੇ ਸੰਸਥਾ ਦਾ ਨਾਮ ਉਹਨਾਂ ਦੇ ਨਾਮ ਤੇ ਨਹੀਂ ਸੁਣਿਆ, ਕੋਈ ਚੌਂਕ ਵੀ ਨਹੀਂ ਮੈਂ ਦੇਖਿਆ। ਜੀ ਤੇ ਪਰ ਉਹਨਾਂ ਦੀ ਕੁਰਬਾਨੀ ਕਿੱਡੀ ਵੱਡੀ ਆ, ਦੇਣ ਕਿੱਡੀ ਵੱਡੀ ਆ। ਬਿਲਕੁਲ ਜੀ ਬਿਲਕੁਲ ਤਾਂ ਇਸੇ ਤਰ੍ਹਾਂ ਹੀ ਸੰਗੀਤਕਾਰ ਹੋ ਸਕਦੇ ਨੇ, ਮਤਲਬ ਜ਼ਾਕਿਰ ਹੁਸੈਨ ਹੁਣੀ, ਭੀਮ ਸੈਨ ਜੋਸ਼ੀ ਜੀ ਹੁਣੀ, ਉਹਨਾਂ ਦੇ ਨਾਮ ਤੇ ਵੀ ਕੁਝ ਹੋਵੇ ਤਾਂ ਬੱਚਿਆਂ ਦੇ ਮਨ 'ਚ ਲੱਗੇ ਵੀ ਇਹ ਵੀ ਇੱਕ ਫੀਲਡ ਹੈਗਾ। ਹਾਂਜੀ ਸੋਭਾ ਸਿੰਘ ਹੁਣੀ ਚਿੱਤਰਕਾਰ ਨੇ। ਤਾਂ ਕਲਾਵਾਂ ਦੇ ਰੂਪ 'ਚ ਵੀ ਸਮਾਜ ਨੂੰ ਅਸੀਂ ਦਿੰਨੇ ਆ ਕੁਛ ਨਾ ਕੁਛ, ਸਮਾਜ ਸੇਵਾ ਦੇ ਰੂਪ 'ਚ ਵੀ ਦਿੰਨੇ ਆ ਅਸੀਂ ਕੁਛ ਨਾ ਕੁਛ, ਕੁਰਬਾਨੀਆਂ ਦੇ ਰੂਪ 'ਚ ਵੀ ਦਿੰਨੇ ਆ ਅਸੀਂ ਕੁਛ ਨਾ ਕੁਛ। ਤਾਂ ਤੁਸੀਂ ਇੱਕ ਆਪਾਂ ਏਰੀਆ ਹੈਗਾ ਮਤਲਬ ਜਗਰਾਓਂ ਮੋਗਾ ਨੂੰ ਆਪਾਂ ਨੇੜੇ ਤੇੜੇ ਮੈਂ ਵਿਚਰਦਾ, ਤਾਂ ਹੁਣ ਤੁਸੀਂ ਦੇਖੋ ਕਿੱਡੀ ਹੈਰਾਨੀ ਦੀ ਗੱਲ ਆ ਕਿ ਮੈਂ ਨਾਮ ਨਹੀਂ ਲਵਾਂਗਾ ਉਹਨਾਂ ਸੰਸਥਾਵਾਂ ਦਾ, ਪਰ ਜਿਹੜੇ ਲੋਕ ਇਸ ਏਰੀਏ 'ਚ ਵਿਚਰਦੇ ਨੇ ਸਮਝ ਜਾਣਗੇ ਕਿ 2 ਕਾਲਜ ਖੁੱਲ੍ਹੇ ਨੇ, ਇੱਕ ਢੁੱਡੀ ਕੇ ਆ, ਇੱਕ ਜਗਰਾਵਾਂ। ਜੀ ਉਹ ਸਿਰਫ ਇੱਕੋ ਵਿਅਕਤੀ ਦੇ ਨਾਮ ਤੇ 2 ਕਾਲਜ ਨੇ, ਠੀਕ ਹੈ। ਹੁਣ ਬਾਬੇ ਗਦਰੀ ਢੁੱਡੀ ਕੇ ਨਗਰ ਦੇ ਵਿੱਚੋਂ ਕਿੰਨੇ ਲੋਕ ਸੀ ਜਿਹੜੇ ਅਮਰੀਕਾ ਤੋਂ ਆਏ ਆਜ਼ਾਦੀ ਹਾਸਲ ਕਰਨ ਵਾਸਤੇ। ਜੀ ਬਿਲਕੁਲ ਤਾਂ ਜੇ ਇੱਕ ਕਾਲਜ ਦਾ ਨਾਮ ਗਦਰੀ ਬਾਬੇ ਸਰਕਾਰੀ ਕਾਲਜ ਹੁੰਦਾ ਤਾਂ ਕਿੰਨਾ ਵਧੀਆ ਲੱਗਦਾ, ਤਾਂ ਲੋਕਾਂ ਨੂੰ ਪਤਾ ਲੱਗਦਾ ਕਿ ਗਦਰੀ ਬਾਬੇ ਕੌਣ ਸੀ। ਜੀ ਤਾਂ ਜੇ ਤੁਸੀਂ ਉਹਨਾਂ ਲੋਕਾਂ ਦੇ ਨਾਮ ਹੀ ਕਿਤੇ ਪੇਸ਼ ਨਹੀਂ ਕਰਨੇ ਤੇ ਤੁਸੀਂ ਇੱਕ ਸੱਤਾ ਤੇ ਆ ਗਏ ਹੋ, ਤਾਂ ਉਸ ਤੋਂ ਬਾਅਦ ਸੰਸਥਾਵਾਂ ਵੀ ਤੁਹਾਡੀਆਂ, ਤੁਹਾਡੇ ਏਅਰਪੋਰਟ ਵੀ ਤੁਹਾਡੇ, ਵੱਡੀਆਂ ਸਰਕਾਰੀ ਬਿਲਡਿੰਗਾਂ ਵੀ ਤੁਹਾਡੀਆਂ, ਤਾਂ ਲੋਕਾਂ ਕੋਲੇ ਮਾਡਲ ਕਿਹੜਾ ਰਹੂਗਾ। ਬੱਚਿਆਂ ਕੋਲੇ ਮਾਡਲ ਹੀ ਨਹੀਂ ਹੈ ਅੱਜ ਕੱਲ੍ਹ ਕਿ ਉਹ ਕਿਸ ਨੂੰ ਮਾਡਲ ਅਡਾਪਟ ਕਰਨ। ਇੱਕੋ ਹੀ ਤਰ੍ਹਾਂ ਦਾ ਹੈਗਾ, ਉਹ ਸਿਰਫ ਉਸੇ ਪਾਸੇ ਵਿਚਾਰੇ ਜਾਣੇ ਅਣਜਾਣੇ ਉਸੇ ਪਾਸੇ ਜਾ ਰਹੇ ਨੇ, ਉਹ ਪੈਸੇ ਵਾਲੇ ਪਾਸੇ। ਪ੍ਰੋਫੈਸਰ ਸਾਹਿਬ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜਿਹੜੇ ਰਾਜਨੀਤਿਕ ਲੋਕ ਆ ਜਾਂ ਵੱਡੇ ਮਗਰਮੱਛ ਕਹਿ ਲਓ ਵੀ ਉਹ ਹਰ ਪਾਸੇ ਕਾਬਜ਼ ਹੋਣਾ ਚਾਹੁੰਦੇ ਆ। ਸਿੱਖਿਆ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਬਹੁਤ ਸਾਰੇ ਕਾਲਜ ਯੂਨੀਵਰਸਿਟੀਆਂ ਚੱਲ ਰਹੀਆਂ ਨੇ, ਪਰ ਸਰ ਕੁਝ ਚੰਗੇ ਲੋਕ ਵੀ ਤਾਂ ਹੋਣਗੇ ਜੀ ਜਿਹੜੇ ਕੁਝ ਚੰਗਾ ਕਰਨ ਦੀ ਸੋਚ ਰੱਖਦੇ ਹੋਣਗੇ। ਜੀ ਜੀ ਬਿਲਕੁਲ ਇਮਰਾਨ ਜੀ, ਇਹ ਸਾਡਾ ਇੱਕ ਨੈਤਿਕ ਫਰਜ਼ ਵੀ ਬਣ ਜਾਂਦਾ ਕਿ ਜੇ ਅਸੀਂ ਕੁਝ ਨਕਾਰਾਤਮਕ ਚੀਜ਼ਾਂ ਦੀ ਆਲੋਚਨਾ ਕਰਦੇ ਹਾਂ ਤਾਂ ਸਾਨੂੰ ਸਕਾਰਾਤਮਕ ਚੀਜ਼ਾਂ ਦੀ ਸਲੋਤਾ ਵੀ ਕਰਨੀ ਬਣਦੀ ਆ। ਤਾਂ ਭਾਵੇਂ ਕਿ ਮੇਰਾ ਕਿਸੇ ਰਾਜਨੀਤਿਕ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈਗਾ, ਇੱਕ ਐਜੂਕੇਸ਼ਨਿਸਟ ਹੋਣ ਦੇ ਨਾਤੇ ਅਸੀਂ ਸਾਰਿਆਂ ਨੂੰ ਹੀ ਸਰਵ ਕਰਦੇ ਹਾਂ, ਤੇ ਪਰ ਕੁਝ ਅੱਛੀਆਂ ਗੱਲਾਂ ਮੇਰੇ ਸਾਹਮਣੇ ਆਉਂਦੀਆਂ ਨੇ ਤਾਂ ਉਹਨਾਂ ਦੀ ਸਿਫਤ ਵੀ ਕਰਦੇ ਹਾਂ, ਉਹਨਾਂ ਦੀ ਸਰਾਹਨਾ ਵੀ ਕਰਦੇ ਹਾਂ। ਤਾਂ ਮੈਂ ਦੇਖਦਾ ਕਿ ਹਲਕਾ ਦਾਖਾ ਦੇ ਵਿੱਚ ਨਾ ਸਾਡੇ ਮਤਲਬ ਹੈਗੇ ਨੇ ਆਗੂ ਜਾਂ MLA ਕਹਿ ਲਓ, ਇਕੱਲਾ MLA ਕਹਿਣਾ ਉਹਨਾਂ ਦੀ ਸ਼ਖਸੀਅਤ 'ਤੇ ਨਹੀਂ ਫਿੱਟ ਬੈਠਦਾ, ਕਿਉਂਕਿ ਵੱਡੀ ਸ਼ਖਸੀਅਤ, ਕਿਉਂਕਿ ਉਹਨਾਂ 'ਚ ਬੁੱਕ ਲਵਰ ਵੀ ਨੇ, ਕੁਦਰਤ ਪ੍ਰੇਮੀ ਵੀ ਨੇ। ਤਾਂ ਮਨਪ੍ਰੀਤ ਯਾਲੀ ਹੁਣਾਂ ਦੀ ਮੈਨੂੰ ਇੱਕ ਗੱਲ ਬੜੀ ਪਿਆਰੀ ਲੱਗਦੀ ਆ ਕਿ ਉਹਨਾਂ ਨੇ ਦੇਖੋ ਤੁਸੀਂ ਸਾਡੇ ਏਰੀਏ ਦੇ ਵਿੱਚ 70 ਦੇ ਕਰੀਬ ਗਰਾਊਂਡ ਬਣਾਤੇ। ਈਵਨ ਇੱਥੇ ਤੱਕ ਹੀ ਨਹੀਂਗਾ ਕਿ ਜਿਹੜੇ ਸਰਦੀਆਂ ਦੇ ਵਿੱਚ ਬੱਚਿਆਂ ਨੂੰ ਬੂਟਾਂ ਦੀ ਜ਼ਰੂਰਤ ਪੈਂਦੀ ਆ, ਕੋਟੀਆਂ ਦੀ ਜ਼ਰੂਰਤ ਪੈਂਦੀ ਆ, ਤਾਂ ਲੋੜਵੰਦ ਬੱਚਿਆਂ ਨੂੰ ਮਤਲਬ ਕੋਟੀਆਂ ਵੀ ਬੂਟ ਵੀ ਵੰਡੇ ਜਾਂਦੇ ਆ। ਤੇ ਜਦੋਂ ਹੁਣ ਸਾਉਣ ਮਹੀਨਾ ਚੱਲਿਆ, ਹਜ਼ਾਰਾਂ ਦੇ ਤਾਦਾਦ ਦੇ ਵਿੱਚ ਬੂਟੇ ਲਵਾਤੇ ਆ ਤੇ ਇਲਾਕੇ ਨੂੰ ਵਧੀਆ ਬਣਾਉਣ ਬਾਰੇ ਗੱਲਾਂ। ਤਾਂ ਮਤਲਬ ਐਸੇ ਲੋਕਾਂ ਤੋਂ ਸਿੱਖਿਆ ਵੀ ਲੈਣੀ ਚਾਹੀਦੀ ਹੈ ਸਾਨੂੰ, ਤੇ ਆਪ ਵੀ ਕਰਨਾ ਚਾਹੀਦਾ ਸਾਨੂੰ। ਇੱਦਾਂ ਨਹੀਂ ਚਾਹੀਦਾ ਵੀ ਜੇ ਕੋਈ ਸਾਡਾ ਹਲਕੇ ਦਾ MLA ਹੈ ਤਾਂ ਉਹੀ ਸਾਰਾ ਕੁਝ ਕਰੂ। ਤਾਂ ਅਸੀਂ ਦਰਖਤ ਤਾਂ ਘੱਟੋ ਘੱਟ ਆਪ ਲਾ ਸਕਦੇ ਹਾਂ, ਤੇ ਜੇ ਕਿਸੇ ਲਾਇਬ੍ਰੇਰੀ 'ਚ ਜਾ ਕੇ ਕਿਤਾਬ ਤਾਂ ਅਸੀਂ ਆਪ ਪੜ੍ਹ ਸਕਦੇ ਹਾਂ। ਤਾਂ ਸਾਨੂੰ ਮਤਲਬ ਆਪਣੇ ਆਪ ਨੂੰ, ਸਾਨੂੰ ਬੌਧਿਕ ਤੌਰ 'ਤੇ, ਮਾਨਸਿਕ ਤੌਰ 'ਤੇ, ਅਧਿਆਤਮਿਕ ਤੌਰ 'ਤੇ ਆਪਣੀ ਗਰੋਥ ਕਰਨ ਲਈ ਸਾਨੂੰ ਆਪ ਵੀ ਉਪਰਾਲੇ ਕਰਨੇ ਚਾਹੀਦੇ ਆ ਕਿ ਅਸੀਂ ਆਪ ਵੀ ਉਸ ਪਾਸੇ ਧਿਆਨ ਦਈਏ ਤੇ ਆਪਣਾ ਸਰਬਪੱਖੀ ਜਿਹੜਾ ਹੈਗਾ ਵਿਕਾਸ ਕਰੀਏ। ਪ੍ਰੋਫੈਸਰ ਸਾਹਿਬ, ਅਧਿਆਪਕ ਦਿਵਸ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਤੁਸੀਂ ਇਹਨੂੰ ਕਿਸ ਤਰ੍ਹਾਂ ਸੈਲੀਬ੍ਰੇਟ ਕਰਨਾ ਚਾਹੋਗੇ ਨਿੱਜੀ ਤੌਰ 'ਤੇ? ਇੱਕ ਤਾਂ ਜਦੋਂ ਤੁਸੀਂ ਪ੍ਰੋਫੈਸਰ ਹੋ, ਤੁਸੀਂ ਕਾਲਜ ਵਿਚਰਦੇ ਹੋ, ਉਹ ਤਾਂ ਆਪਣੀਆਂ ਹੋ ਜਾਂਦੀਆਂ ਨੇ
ਰਸਮਾਂ ਕਹਿ ਲਓ ਜਾਂ ਫਾਰਮੈਲਿਟੀਜ਼ ਕਹਿ ਲਓ, ਆਪਾਂ ਜਿਸ ਤਰ੍ਹਾਂ ਕਰਦੇ ਹਾਂ, ਪਰ ਇੱਕ ਨਿੱਜੀ ਤੌਰ 'ਤੇ ਜੇਕਰ ਤੁਸੀਂ ਸੁਝਾਅ ਦੇਣਾ ਚਾਹੋ ਸਾਡੇ ਦਰਸ਼ਕਾਂ ਨੂੰ, ਕੁਝ ਅਧਿਆਪਕ ਵੀ ਦੇਖ ਰਹੇ ਹੋਣਗੇ, ਬੱਚੇ ਵੀ ਦੇਖ ਰਹੇ ਹੋਣਗੇ, ਕਿ ਅਧਿਆਪਕ ਦਿਵਸ ਨੂੰ ਅਸਲ ਦੇ ਵਿੱਚ ਕਿਸ ਤਰ੍ਹਾਂ ਮਨਾਇਆ ਜਾਣਾ ਚਾਹੀਦਾ? ਇਮਰਾਨ ਜੀ, ਮੈਂ ਵਿਅਕਤੀਗਤ ਤੌਰ 'ਤੇ ਇਹ ਮਹਿਸੂਸ ਕਰਦਾ ਕਿ ਜਿਨ੍ਹਾਂ ਨੂੰ ਤੁਸੀਂ ਗੁਰੂ ਮੰਨਦੇ ਹੋ, ਅਧਿਆਪਕ ਮੰਨਦੇ ਹੋ, ਟੀਚਰ ਮੰਨਦੇ ਹੋ, ਬੇਸ਼ੱਕ ਉਹ ਤੁਹਾਡੇ ਦੋਸਤ ਹੋਣ, ਬੇਸ਼ੱਕ ਉਹ ਕਿਤਾਬਾਂ ਹੋਣ, ਬੇਸ਼ੱਕ ਤੁਹਾਡੇ ਉਹ ਰਿਸ਼ਤਿਆਂ 'ਚੋਂ ਕੋਈ ਲੋਕ ਹੋਣ, ਬੇਸ਼ੱਕ ਸਾਡੇ ਅਧਿਆਤਮਕ ਗੁਰੂ ਸਾਹਿਬਾਨ ਹੋਣ, ਤਾਂ ਮੰਨਣ ਦਾ ਮੈਂ ਮਹਿਸੂਸ ਕਰਦਾ ਕਿ ਸਭ ਤੋਂ ਵਧੀਆ ਤਰੀਕਾ ਤਾਂ ਇਹੀ ਹੁੰਦਾ ਕਿ ਉਹਨਾਂ ਦੀਆਂ ਸਿੱਖਿਆਵਾਂ ਨੂੰ ਤੁਸੀਂ ਆਪਣੇ ਜੀਵਨ 'ਚ ਢਾਲ ਲਓ। ਜੀ ਬਿਲਕੁਲ। ਮੈਂ ਦੇਖਦਾ ਕਿ ਪੰਜਾਬ ਦੀ ਧਰਤੀ, ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਕਿਹਾ ਸੀ ਕਿ ਪੰਜਾਬ ਵਸਦਾ ਗੁਰਾਂ ਦੇ ਨਾਮ 'ਤੇ। ਹੁਣ ਗੁਰਾਂ ਦੀਆਂ ਸਿੱਖਿਆਵਾਂ ਦੇਖੀ ਅਸੀਂ, ਮੈਂ ਜਦੋਂ ਦੇਖਦਾ ਕਿ ਬਹੁਤ ਘਰਾਂ ਦੇ ਵਿੱਚ ਸਤਿਕਾਰ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਹੋਰਾਂ ਦੀਆਂ ਫੋਟੋ, ਬਾਬਾ ਨਾਨਕ ਜੀ ਦੀਆਂ ਫੋਟੋਜ਼ ਲੱਗੀਆਂ ਹੁੰਦੀਆਂ। ਅੱਛਾ, ਅਤੇ ਮੈਂ ਇੱਕ ਦੋਸਤ ਨੂੰ ਕਿਹਾ, ਮੈਂ ਕਿਹਾ ਤੁਸੀਂ ਪਤਾ ਹੈ ਆਪਾਂ ਨੂੰ ਕਿ ਗੁਰੂ ਸਾਹਿਬਾਨ ਨੇ ਕਿੱਡੀ ਸਿੱਖਿਆ ਦਿੱਤੀ ਸਾਨੂੰ? ਉਹਨਾਂ ਨੇ ਇਹ ਕਿਹਾ ਸੀ ਕਿ ਮੇਰੇ ਪੁੱਤਰ ਸਿਰਫ 4 ਨਹੀਂ, ਜੋ ਸਾਹਮਣੇ ਬੈਠੇ ਆ ਸਾਰੇ ਮੇਰੇ ਆ, ਅਤੇ ਸਾਨੂੰ ਇਹ ਮੰਨਣਾ ਚਾਹੀਦਾ। ਬੇਸ਼ੱਕ ਸਾਡੇ 1 ਬੱਚਾ 2 ਬੱਚੇ, ਸਿਰਫ ਅਸੀਂ ਉਹਨਾਂ ਦੀ ਹੀ ਬਿਹਤਰੀ ਬਾਰੇ ਕਿਉਂ ਸੋਚੀਏ? ਜੋ ਵੀ ਸਾਡੇ ਸੰਪਰਕ 'ਚ ਆਉਂਦੇ ਨੇ ਬੱਚੇ, ਉਹਨਾਂ ਦੀ ਬਿਹਤਰੀ ਬਾਰੇ ਵੀ ਸੋਚੀਏ ਵੀ ਸਾਨੂੰ ਗੁਰੂ ਸਾਹਿਬਾਨ ਨੇ ਕਿਹਾ ਸੀ ਮੇਰੇ 4 ਨਹੀਂ ਹੈ, ਮੇਰੇ ਸਾਰੇ ਆ, ਅਤੇ ਅਸੀਂ ਵੀ ਉਹ ਸਿੱਖਿਆ ਨੂੰ ਆਪਣੇ ਜੀਵਨ 'ਚ ਢਾਲੀਏ। ਜਦੋਂ ਕਿਸੇ ਦਾ ਬੱਚਾ ਬੁਲੰਦੀ ਛੂੰਹਦਾ, ਕਿਸੇ ਤਰੱਕੀ ਕਰਦਾ, ਸਾਨੂੰ ਓਨੀ ਖੁਸ਼ੀ ਹੋਣੀ ਚਾਹੀਦੀ ਹੈ ਕਿ ਇਹ ਵੀ ਸਾਡਾ ਹੀ ਬੱਚਾ। ਤਾਂ ਸਾਨੂੰ ਇਹਨਾਂ ਸਿੱਖਿਆਵਾਂ ਨੂੰ ਆਪਣੇ ਜੀਵਨ 'ਚ ਲੈਣਾ ਚਾਹੀਦਾ। ਹੁਣ ਨਾਨਕ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ, ਮਤਲਬ ਅਲਾਈਟਨ ਸੀਗੇ, ਉਹ ਜਾਗਰਤ ਅਤੇ ਜਾਂ ਇੱਕ ਪਰਮਾਤਮਾ ਨਾਲ ਮਿਲਾਪ ਹੋ ਚੁੱਕਾ ਸੀ, ਪਰ ਆਫਟਰ ਦੈਟ ਕਿੰਨਾ ਟਾਈਮ, ਕਿੰਨੀ ਯਾਤਰਾ ਉਹਨਾਂ ਨੇ ਪੈਦਲ ਕੀਤੀ ਕਿ ਜੋ ਮੈਨੂੰ ਪਤਾ ਲੱਗਿਆ ਮੈਂ ਦੂਸਰੇ ਲੋਕਾਂ ਨੂੰ ਦੱਸ ਦਿਆਂ। ਅਤੇ ਇਸ ਕਰਕੇ ਜਿਹੜੀ ਸਾਨੂੰ ਚੰਗੀ ਚੀਜ਼ ਲੱਗਦੀ ਆ ਲਾਈਫ ਦੇ ਵਿੱਚ, ਸਫਲ ਹੋਣ ਵਾਲੀ ਗੱਲ ਲੱਗਦੀ ਆ, ਸਾਨੂੰ ਦੂਸਰੇ ਲੋਕਾਂ ਤੱਕ ਵੀ ਦੱਸਣੀ ਚਾਹੀਦੀ ਆ, ਪਹੁੰਚਾਉਣੀ ਚਾਹੀਦੀ ਆ। ਦੂਸਰਿਆਂ ਦੇ ਬੱਚਿਆਂ ਨੂੰ ਆਪਣੇ ਮੰਨਣਾ ਚਾਹੀਦਾ। ਜੇ ਕਿਤੇ ਸਲਾਹ ਦੀ ਲੋੜ ਆ, ਜੇ ਕਿਤੇ ਥੋੜ੍ਹੇ ਬਹੁਤੇ ਤੁਹਾਡੇ ਕੋਲ ਸਰਪਲਸ ਪੈਸਾ, ਤੁਹਾਡੇ ਕੋਲ ਕੋਈ ਸਾਧਨ ਆ, ਅਤੇ ਉਹਨਾਂ ਨੂੰ ਤੁਸੀਂ ਬੈਂਕਾਂ 'ਚ ਸਾੜਨ ਦੀ ਬਜਾਏ ਬਿਹਤਰ ਆ ਕਿ ਉਹਨਾਂ ਬੱਚਿਆਂ ਦੀ ਸਹਾਇਤਾ ਕਰੋ। ਇਹੀ ਤਾਂ ਗੁਰੂ ਸਾਹਿਬਾਨ ਨੇ ਦੱਸਿਆ ਸਾਨੂੰ ਕਿ ਸਾਨੂੰ ਸਭ ਨਾਲ ਮਿਲ ਕੇ ਚੱਲਣਾ ਚਾਹੀਦਾ। ਤਾਂ ਮੈਂ ਇਹੀ ਮੇਰਾ ਤਾਂ ਕਹਿਣਾ ਕਿ ਆਪਾਂ ਨੂੰ ਜਿਹੜਾ ਹੈਗਾ ਉਹ ਸਿੱਖਿਆਵਾਂ, ਜਦੋਂ ਅਸੀਂ ਕਿਸੇ ਨੂੰ ਗੁਰੂ ਮੰਨਦੇ ਹਾਂ, ਗੁਰੂ ਮੰਨੀਏ ਤਾਂ ਪਰ ਨਾਲ ਦੀ ਨਾਲ ਗੁਰੂ ਦੀ ਵੀ ਮੰਨੀਏ, ਅਤੇ ਉਸ ਨੂੰ ਇਸ ਤਰ੍ਹਾਂ ਆਪਣੀ ਲਾਈਫ ਦੇ ਵਿੱਚ ਲੈ ਕੇ ਆਉਣਾ ਚਾਹੀਦਾ। ਤੁਸੀਂ ਬੜੇ ਲੰਬੇ ਸਮੇਂ ਤੋਂ ਅਧਿਆਪਨ ਦੇ ਖੇਤਰ ਦੇ ਵਿੱਚੋਂ, ਲਗਭਗ 20 ਸਾਲ ਤੁਹਾਨੂੰ ਹੋ ਗਏ, ਇਸ ਤੋਂ ਜ਼ਿਆਦਾ ਹੋ ਗਏ ਹੋਣਗੇ, 20 ਸਾਲ ਦਾ ਤੁਹਾਡੇ ਕਿਸੇ ਕਾਲਜ ਦਾ ਹੀ ਤਜਰਬਾ ਹੈ। ਤਾਂ ਤੁਸੀਂ ਆਪਣੇ ਜਿਹੜੇ ਦੇਖ ਰਹੇ ਆ ਅਧਿਆਪਕ ਸਾਥੀ ਜਾਂ ਤੁਹਾਡੇ ਸਰਕਲ ਦੇ ਓਵਰਆਲ ਜਿਹੜਾ ਅਧਿਆਪਕ ਸਮੂਹ ਆ, ਉਹਨੂੰ ਤੁਸੀਂ ਅੱਜ ਦੇ ਦਿਨ 'ਤੇ ਕੀ ਸੁਨੇਹਾ ਦੇਣਾ ਚਾਹੋਗੇ ਅਧਿਆਪਕ ਦਿਵਸ 'ਤੇ? ਦੇਖੋ ਜੀ, ਕਿ ਮੈਂ ਇਸ ਕਾਬਲ ਤਾਂ ਨਹੀਂ ਹਾਂ ਕਿ ਅਧਿਆਪਕ ਲੋਕਾਂ ਨੂੰ ਮੈਂ ਕੋਈ ਸੁਨੇਹਾ ਦੇਵਾਂ, ਕਿਉਂਕਿ ਅਧਿਆਪਕ ਆਪਣੇ ਆਪ 'ਚ ਹੀ ਇੱਕ ਬੜੀ ਲਰਨਿੰਗ ਪ੍ਰੋਸੈਸ 'ਚੋਂ ਲੰਘਿਆ ਹੋਇਆ ਇਨਸਾਨ ਹੁੰਦਾ, ਜਿਸ ਨੇ ਬੜਾ ਕੁਛ ਗ੍ਰਹਿਣ ਕੀਤਾ ਹੁੰਦਾ ਅਤੇ ਬੜਾ ਕੁਛ ਅੱਗੇ ਉਹ ਸਿਖਾ ਰਿਹਾ ਹੁੰਦਾ। ਜਸਟ ਮੈਂ ਤਾਂ ਆਪਣੇ ਤੌਰ 'ਤੇ ਕਹਿ ਸਕਦਾ ਕਿ ਮੈਂ ਇੱਦਾਂ ਮੰਨਦਾ ਹਾਂ ਕਿ ਜਿੱਥੇ ਵੀ ਅਸੀਂ ਹੈਗੇ ਹਾਂ ਉੱਥੇ ਚਾਨਣ ਫੈਲਾਉਣਾ ਫਰਜ਼ ਆ ਸਾਡਾ, ਫੈਲਾਉਣਾ ਚਾਹੀਦਾ। ਮੰਨ ਲਓ ਮੈਂ ਇੱਕ ਛੋਟੀ ਜਿਹੀ ਗੱਲ ਦੱਸਦਾ ਤੁਹਾਨੂੰ। ਕਈ ਵਾਰੀ ਕਾਲਜਾਂ 'ਚ ਸਾਡੇ ਦੋਸਤ ਮਿੱਤਰ ਪ੍ਰੋਫੈਸਰਾਂ ਨਾਲ ਵੀ ਸਾਡੀਆਂ ਗੱਲਾਂ ਇਹ ਹੁੰਦੀਆਂ ਰਹਿੰਦੀਆਂ ਕਿ ਯਾਰ ਜਿਹੜਾ ਸਾਡੇ ਕੋਲ ਇੱਕ ਵਾਰ ਆ ਗਿਆ ਨਾ, ਜਿੰਨੀ ਜੋਗੇ ਅਸੀਂ ਹੈਗੇ ਹਾਂ ਅਸੀਂ ਓਨਾ ਜ਼ਰੂਰ ਕਰਾਂਗੇ। ਇਹ ਜ਼ਰੂਰ ਧਾਰਨਾ ਕਰਨੀ ਚਾਹੀਦੀ ਆ ਕਿ ਮੰਨ ਲਓ ਮੈਂ ਪ੍ਰੋਫੈਸਰ ਹਾਂ ਕਾਲਜ, ਤਾਂ ਮੈਨੂੰ ਇਹ ਮੰਨ ਲੈਣਾ ਚਾਹੀਦਾ ਕਿ ਮੈਂ ਅੱਗੇ 5 ਪ੍ਰੋਫੈਸਰ ਬਣਵਾਉਣੇ ਆ। ਮੇਰੇ ਖਿਆਲ ਮੈਂ 7 ਤੋਂ ਵੱਧ ਤਾਂ ਮੈਂ ਨਹੀਂ ਕਹਿੰਦਾ ਕਿ ਮੈਂ ਬਣਾਏ ਪਰਮਾਤਮਾ ਨੇ ਆ, ਪਰ ਉਹਨਾਂ ਨੂੰ ਅਸੀਂ ਗਾਈਡਲਾਈਨਸ ਤਾਂ ਅੱਗੇ ਕਰ ਤੋਰੀਆਂ, ਅਤੇ ਜਦੋਂ ਉਹ 5 ਜਾਂ 7 ਮੈਨੂੰ ਮਿਲਦੇ ਨੇ, ਮੈਨੂੰ ਚੰਗੀ ਤਰ੍ਹਾਂ ਪੋਟਿਆਂ 'ਤੇ ਯਾਦ ਨੇ, ਅਤੇ ਉਹਨਾਂ ਨੂੰ ਵੀ ਅੱਗੇ ਇਹੀ ਕਿਹਾ ਹੋਇਆ ਕਿ ਤੁਸੀਂ ਅੱਗੇ 5 ਬਣਾਉਣੇ ਆ। ਠੀਕ ਹੈ ਨਾ ਜੀ, ਵੀ ਇਸ ਨੂੰ ਮੰਨ ਕੇ ਚੱਲੋ ਕਿ ਜਿਹੜੇ ਹਾਲਾਤਾਂ 'ਚੋਂ ਤੁਸੀਂ ਲੰਘੇ ਹੋ, ਮੈਨੂੰ ਪਤਾ ਉਹਨਾਂ ਦੀਆਂ ਮਜਬੂਰੀਆਂ, ਉਹਨਾਂ ਦੀਆਂ ਤੰਗੀਆਂ, ਉਹਨਾਂ ਦੀਆਂ ਸਮੱਸਿਆਵਾਂ, ਔਰ ਉਹ ਪਾਰ ਕਰਕੇ ਗਏ ਨੇ। ਅਤੇ ਉਹਨਾਂ ਨੂੰ ਕਿਹਾ ਕਿ ਜਦੋਂ ਤੁਸੀਂ ਪੜ੍ਹਾਉਣਾ ਤਾਂ ਆਪਣੇ ਵਰਗੇ ਬੱਚੇ ਵਿੱਚੋਂ ਛਾਂਟ ਲੈਣੇ ਆ, ਵੀ ਆਹ ਦੇਖੋ ਟੈਲੈਂਟਡ ਬੱਚਾ ਵਾ, ਇਹਨੂੰ ਕਿਸੇ ਗਾਈਡਲਾਈਨ ਦੀ, ਸਹਾਇਤਾ ਦੀ, ਰਾਹ ਉਹਦਾ ਰੁਸ਼ਨਾਉਣ ਦੀ ਲੋੜ ਹੈਗੀ ਆ। ਅਤੇ ਤੁਸੀਂ ਬਸ ਇਹੀ ਆ ਕਿ ਇੱਕ ਮੋਮਬੱਤੀ ਆਪਾਂ ਕਹਿ ਦਿੰਦੇ ਹਾਂ ਵੀ ਇੱਕ ਮੋਮਬੱਤੀ ਦੂਸਰੀ ਮੋਮਬੱਤੀ ਨੂੰ ਜਗਾਉਂਦੀ ਆ, ਤਾਂ ਇੱਦਾਂ ਨਹੀਂ ਆ ਕਿ ਅਸੀਂ ਉਹ ਇਕੱਲੀਆਂ ਫਿਜ਼ੀਕਲੀ ਹੋਈ ਮੋਮਬੱਤੀਆਂ ਜਗਾਈ ਜਾਣੀਆਂ ਇੱਕ ਮੋਮਬੱਤੀ ਤੋਂ, ਮਤਲਬ ਆਪਣੇ ਵਰਗਾ ਇੱਕ ਹੋਰ ਬਣਾ ਦਿਓ। ਅਤੇ ਜੇ 3 5 7 ਬਣਾ ਸਕੋ ਤਾਂ ਹੋਰ ਵੀ ਵਧੀਆ। ਅਤੇ ਉਹ ਫਿਰ ਉਹਨਾਂ ਨੂੰ ਅੱਗੇ ਕਹੋ ਕਿ ਅੱਗੇ ਆਪਣੇ ਵਰਗੇ ਫਿਰ ਤੁਸੀਂ 3 ਜਾਂ 5 ਬਣਾਉਣੇ ਆ, ਅਤੇ ਇਸ ਤਰ੍ਹਾਂ ਇੱਕ ਚੈਨ ਬਣ ਜੂ। ਇੱਦਾਂ ਹੀ ਇਸੇ ਨੂੰ ਕਹਿੰਦੇ ਆਪਾਂ ਮੋਮਬੱਤੀ ਤੋਂ ਮੋਮਬੱਤੀ ਜਗਣਾ। ਹਾਂਜੀ।
ਸੋ ਦਰਸ਼ਕੋ, ਇਹ ਸਨ ਪ੍ਰੋਫੈਸਰ ਸੁਰਜੀਤ ਸਿੰਘ ਜੀ ਢਾਲੀਵਾਲ, ਜਿਨ੍ਹਾਂ ਦੀਆਂ ਤੁਸੀਂ ਅੱਜ ਗੱਲਾਂ ਸੁਣੀਆਂ, ਵਿਚਾਰ ਸੁਣੇ ਅਧਿਆਪਕ ਦਿਵਸ ਤੇ। ਉਮੀਦ ਕਰਦਾ ਕਿ ਤੁਸੀਂ ਇਹਨਾਂ ਵਿਚਾਰਾਂ ਤੇ ਅਮਲ ਵੀ ਕਰੋਗੇ ਤੇ ਤੁਹਾਨੂੰ ਇਹ ਚੰਗੇ ਲੱਗੇ ਹੋਣਗੇ। ਪ੍ਰੋਫੈਸਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ ਤੁਹਾਨੂੰ ਇਮਰਾਨ ਜੀ, ਤੇ ਇਸ ਤੁਹਾਡੇ ਚੈਨਲ ਨੂੰ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਸ਼ੁਕਰੀਆ। ਤੇ ਜੇਕਰ ਕੋਈ ਗੱਲ ਮੈਥੋਂ ਜਾਣੇ ਅਣਜਾਣੇ ਕੁਝ ਕਹੀ ਗਈ ਹੋਵੇ ਤਾਂ ਜ਼ਰੂਰ ਮੇਰੀ ਭਾਵਨਾ ਦੀ ਕਦਰ ਕਰਦੇ ਹੋਏ ਮਾफ़ ਕਰਿਓ। ਬਹੁਤ ਧੰਨਵਾਦ। ਮਿਹਰਬਾਨੀ।